ਸਟੂਡੈਂਟਸ ਰਾਜੇ ਆਪਾਂ ਸਿਵਿਕਸ ਦਾ 23rd ਲੈਸਨ ਕਰ ਰਹੇ ਹਾਂ। ਲੈਸਨ ਦਾ ਨਾਮ ਹੈ ਦਾ ਸਟੇਟ ਗਵਰਨਮੈਂਟ, ਰਾਜ ਸਰਕਾਰ। ਤਾਂ ਰਾਜ ਸਰਕਾਰ ਦੇ ਵਿੱਚ ਆਪਾਂ ਪਿੱਛੇ 2-3 ਕਨਸੈਪਟ ਕਲੀਅਰ ਕਰਕੇ ਆਏ ਹਾਂ। ਸਟੇਟ ਲੈਜਿਸਲੇਚਰ ਹੋ ਗਿਆ ਜਾਂ ਬਿੱਲ ਹੈ ਜਿਹੜਾ ਲੈਜਿਸਲੇਚਰ ਦੇ ਵਿੱਚ ਕਿਸ ਤਰ੍ਹਾਂ ਪਾਸ ਹੁੰਦਾ ਹੈ, ਕਿਸ ਤਰ੍ਹਾਂ ਨਾਲ ਲਾਅ ਬਣਦਾ ਹੈ। ਅਤੇ ਅੱਜ ਜਿਹੜਾ ਹੈਗਾ ਇਹ ਆਪਾਂ ਅਗਲਾ ਕਨਸੈਪਟ ਕਲੀਅਰ ਕਰਾਂਗੇ ਮਨੀ ਬਿੱਲ। ਮਨੀ ਬਿੱਲ ਕਿਸ ਨੂੰ ਕਹਿੰਦੇ ਆ? ਇਟ ਇਜ਼ ਕੰਸਰਨਡ ਵਿਦ ਦਾ ਫਾਈਨੈਂਸ਼ੀਅਲ ਮੈਟਰਸ, ਜੋ ਵਿੱਤ ਨਾਲ ਸੰਬੰਧਿਤ ਮੈਟਰ ਹੁੰਦੇ ਆ, ਪੈਸੇ ਨਾਲ ਸੰਬੰਧਿਤ ਮੁੱਦੇ ਹੁੰਦੇ ਆ, ਉਹਨਾਂ ਦੇ ਨਾਲ ਕੰਸਰਨ ਹੁੰਦੇ ਆ, ਇਹ ਬਿੱਲ ਸੰਬੰਧਿਤ ਹੁੰਦੇ ਆ। ਲਾਈਕ ਟੈਕਸੇਸ਼ਨ, ਜਿਵੇਂ ਟੈਕਸ ਵਗੈਰਾ ਲਗਾਉਣੇ ਕਿਸੇ 'ਤੇ। ਪਬਲਿਕ ਐਕਸਪੈਂਡੀਚਰ ਇੱਕ ਸੈਕਟਰ ਆ, ਜਿਵੇਂ ਪਬਲਿਕ ਐਕਸਪੈਂਡੀਚਰ ਮਤਲਬ ਸਾਰਵਜਨਕ ਖਰਚੇ ਆ, ਜਿਹੜੇ ਲੋਕਾਂ ਦੇ ਖਰਚੇ ਆ, ਉਹਨਾਂ ਸਾਰਿਆਂ ਦੇ ਰਿਗਾਰਡਿੰਗ ਜੋ ਵੀ ਮੈਟਰ ਹੁੰਦੇ ਆ ਉਹਨਾਂ ਨੂੰ ਮਨੀ ਬਿੱਲ ਕਹਿ ਦਿੰਦੇ ਆ। ਇਟ ਕੈਨ ਬੀ ਓਰੀਜੀਨੇਟ ਇਨ ਵਿਧਾਨ ਸਭਾ ਓਨਲੀ, ਇਹ ਸਿਰਫ ਕਿੱਥੇ ਹੁੰਦਾ ਹੈ? ਵਿਧਾਨ ਸਭਾ ਦੇ ਵਿੱਚ ਹੀ ਜਾਂ ਲੋਕ ਸਭਾ ਦੇ ਵਿੱਚ ਹੀ ਜਿਹੜਾ ਹੈਗਾ ਹੈ ਇਸ ਨੂੰ ਇੰਟਰੋਡਿਊਸ ਕੀਤਾ ਜਾ ਸਕਦਾ ਹੈ। ਇਹ ਮਿਨਿਸਟਰ ਇੰਟਰੋਡਿਊਸ ਇਟ ਵਿਦ ਦਾ ਕੰਸੈਂਟ ਆਫ ਗਵਰਨਰ ਦੀ ਸਹਿਮਤੀ ਤੇ ਮਿਨਿਸਟਰ ਦੇ ਦੁਆਰਾ ਇਹਨੂੰ ਇੰਟਰੋਡਿਊਸ ਕੀਤਾ ਜਾਂਦਾ ਹੈ। ਆਫਟਰ ਦਾ ਵਿਧਾਨ ਸਭਾ ਪਾਸਸ ਇਟ ਸੈਂਟ ਟੂ ਦਾ ਵਿਧਾਨ ਪ੍ਰੀਸ਼ਦ, ਹੁਣ ਵਿਧਾਨ ਸਭਾ ਇਹਨੂੰ ਪਾਸ ਕਰ ਦਿੰਦੀ ਹੈ ਤਾਂ ਇਸ ਨੂੰ ਫਿਰ ਵਿਧਾਨ ਪ੍ਰੀਸ਼ਦ ਦੇ ਵਿੱਚ ਭੇਜਿਆ ਜਾਂਦਾ ਹੈ। ਵਿਧਾਨ ਪ੍ਰੀਸ਼ਦ ਕੈਨ ਨਾਟ ਡਿਲੇ ਦਾ ਬਿੱਲ ਫੋਰ ਮੋਰ ਦੈਨ 14 days ਆਫਟਰ ਵਿਚ, ਕਹਿੰਦੇ ਕਿ ਵਿਧਾਨ ਸਭਾ ਦੇ ਕੋਲ ਜਦੋਂ ਇਹ ਬਿੱਲ ਆਉਂਦਾ ਹੈ ਤਾਂ ਉਹ 14 ਦਿਨਾਂ ਦੇ ਵਿੱਚ ਫੈਸਲਾ ਦੇਣਾ ਉਸ ਨੂੰ ਜ਼ਰੂਰੀ ਹੁੰਦਾ ਹੈ। 14 ਦਿਨਾਂ ਤੋਂ ਜ਼ਿਆਦਾ ਟਾਈਮ ਉਹ ਨਹੀਂ ਲੈ ਸਕਦੀ, ਡਿਲੇ ਨਹੀਂ ਕਰ ਸਕਦੀ ਇਸ ਨੂੰ। ਇਟ ਇਜ਼ ਕੰਸੀਡਰ ਐਜ਼ ਪਾਸਡ ਬਾਈ ਬੋਥ ਦਾ ਹਾਊਸਸ, ਜਦੋਂ ਇਹਨੂੰ ਦੋਵੇਂ ਹਾਊਸਸ ਦੇ ਦੁਆਰਾ ਪਾਸ ਕਰ ਦਿੱਤਾ ਜਾਂਦਾ ਹੈ, ਵਿਧਾਨ ਸਭਾ ਦੁਆਰਾ ਵੀ, ਵਿਧਾਨ ਪ੍ਰੀਸ਼ਦ ਦੇ ਦੁਆਰਾ ਵੀ, ਜਦੋਂ ਇਸ ਨੂੰ ਪਾਸ ਕਰ ਦਿੱਤਾ ਜਾਂਦਾ ਹੈ ਦੈਨ ਇਟ ਸੈਂਟ ਟੂ ਦਾ ਗਵਰਨਰਸ ਅਪਰੂਵਲ, ਗਵਰਨਰ ਦੀ ਅਪਰੂਵਲ ਦੇ ਵਾਸਤੇ, ਸਹਿਮਤੀ ਦੇ ਵਾਸਤੇ, ਸਾਈਨ ਦੇ ਵਾਸਤੇ ਇਸ ਨੂੰ ਭੇਜ ਦਿੱਤਾ ਜਾਂਦਾ ਹੈ। ਅਤੇ ਜਦੋਂ ਗਵਰਨਰ ਇਸ 'ਤੇ ਸਾਈਨ ਕਰ ਦਿੰਦਾ ਹੈ ਤਾਂ ਇਹ ਬਿੱਲ ਜਿਹੜਾ ਹੈਗਾ ਪਾਸ ਹੋ ਜਾਂਦਾ ਹੈ, ਮਨੀ ਬਿੱਲ। ਜੋ ਅਗਲਾ ਕੰਸੈਪਟ ਹੈ ਆਪਣੇ ਕੋਲੇ ਉਹ ਹੈਗਾ ਸਟੇਟ ਐਡਮਿਨਿਸਟ੍ਰੇਸ਼ਨ, ਵੀ ਸਟੇਟ ਦਾ, ਰਾਜ ਦਾ ਜਿਹੜਾ ਸ਼ਾਸਨ ਪ੍ਰਬੰਧ ਹੈ ਉਹ ਕਿਸ ਤਰ੍ਹਾਂ ਦੇ ਨਾਲ ਚੱਲਦਾ ਹੈ, ਜਿਸ ਨੂੰ ਅਸੀਂ ਪੋਲੀਟੀਕਲ ਐਗਜ਼ੀਕਿਊਟਿਵ ਜਾਂ ਬਿਊਰੋਕਰੇਸੀ ਕਹਿੰਦੇ ਹਾਂ, ਜੋ ਇਹਨੂੰ ਚਲਾਉਂਦੇ ਆ ਨਾ, ਜਾਂ ਤਾਂ ਰਾਜਨੀਤਿਕ ਕਾਰਜਪਾਲਿਕਾ ਕਿਹਾ ਜਾਂਦਾ ਉਹਨੂੰ, ਜਾਂ ਫਿਰ ਬਿਊਰੋਕਰੇਸੀ ਕਿਹਾ ਜਾਂਦਾ ਹੈ। ਐਡਮਿਨਿਸਟ੍ਰੇਸ਼ਨ ਮਸ਼ੀਨਰੀ ਆਫ ਆਲ ਸਟੇਟਸ ਐਂਡ ਯੂਨੀਅਨ ਟੈਰੀਟੋਰੀਜ਼ ਆਰ ਮੋਰ ਲੈਸ ਅਲਾਈਕ, ਜੋ ਵੀ ਕਹਿੰਦੇ ਇਹ ਜਿਹੜੀਆਂ ਹੈਗੀਆਂ ਮਸ਼ੀਨਰੀਆਂ ਹੁੰਦੀਆਂ ਹੈ, ਐਡਮਿਨਿਸਟ੍ਰੇਸ਼ਨਸ ਜੋ ਸਟੇਟ ਦੀਆਂ ਸਾਰਾ ਪ੍ਰਬੰਧ ਜਿਹੜਾ ਹੈਗਾ ਉਹ ਕਰਦੀਆਂ ਹੈ, ਯੂਨੀਅਨ ਟੈਰੀਟੋਰੀ ਦਾ ਵੀ ਕਰਦੀਆਂ ਹੈ। ਦਾ ਐਡਮਿਨਿਸਟ੍ਰੇਸ਼ਨ ਆਫ ਦਾ ਸਟੇਟ ਇਜ਼ ਰਨ ਇਨ ਦਾ ਨੇਮ ਆਫ ਦਾ ਗਵਰਨਰ, ਇੱਕ ਰਾਜ ਦਾ ਜੋ ਸਾਰਾ ਜਿਹੜਾ ਹੈਗਾ ਪ੍ਰਬੰਧ ਹੁੰਦਾ ਹੈ ਉਹ ਕਿਹਦੇ ਨਾਂ 'ਤੇ ਚੱਲਦਾ ਹੈ? ਗਵਰਨਰ ਦੇ ਨਾਂ 'ਤੇ ਚੱਲਦਾ ਹੁੰਦਾ ਹੈ, ਰਾਜਪਾਲ ਦੇ ਨਾਂ 'ਤੇ ਚੱਲਦਾ ਹੈ, ਰਾਜਪਾਲ ਹੀ ਸਾਰਾ ਦੇਖ ਰੇਖ ਕਰਦਾ ਹੈ। ਹੂ ਇਜ਼ ਦਾ ਨੋਮੀਨਲ ਐਗਜ਼ੀਕਿਊਟਿਵ ਹੈਡ, ਜਿਹੜਾ ਕਿ ਨਾ ਮਾਤਰ ਦਾ ਨੋਮੀਨਲ ਜਿਹੜਾ ਹੈਗਾ ਐਗਜ਼ੀਕਿਊਟਿਵ ਹੈਡ ਹੁੰਦਾ ਹੈ, ਕਾਰਜਪਾਲਿਕ ਹੈਡ ਹੁੰਦਾ ਹੈ। ਬਟ ਦਾ ਰੀਅਲ ਪੋਲੀਟੀਕਲ ਐਗਜ਼ੀਕਿਊਟਿਵ ਆਫ ਦਾ ਸਟੇਟ ਇਜ਼ ਦਾ ਚੀਫ ਮਿਨਿਸਟਰ, ਬਟ ਰੀਅਲ ਜਿਹੜਾ ਹੈਗਾ ਕਾਰਜਪਾਲਿਕ ਕੌਣ ਹੁੰਦਾ ਹੈ? ਚੀਫ ਮਿਨਿਸਟਰ ਹੁੰਦਾ ਸਟੇਟ ਦਾ। ਹੂ ਹੈਡ ਦਾ ਕਾਊਂਸਲ ਆਫ ਮਿਨਿਸਟਰ, ਅਤੇ ਜਿਹੜਾ ਕਿ ਕਾਊਂਸਲ ਆਫ ਮਿਨਿਸਟਰ ਦਾ ਵੀ ਹੈਡ ਹੁੰਦਾ ਹੈ, ਮੰਤਰੀ ਪ੍ਰੀਸ਼ਦ ਦਾ ਵੀ ਹੈਡ ਹੁੰਦਾ ਹੈ। ਦਾ ਮਿਨਿਸਟਰਸ ਹੈਡ ਐਂਡ ਕੰਟਰੋਲ ਡਿਫਰੈਂਟ ਮਿਨਿਸਟਰੀਜ਼, ਹੁਣ ਇਹ ਜਿਹੜਾ ਮਿਨਿਸਟਰ ਹੈ ਇਹ ਜਿਹੜਾ ਹੈਗਾ ਅਲੱਗ-ਅਲੱਗ ਮਿਨਿਸਟਰੀਜ਼ ਨੂੰ, ਅਲੱਗ-ਅਲੱਗ ਭਾਗਾਂ ਨੂੰ ਜਿਹੜਾ ਹੈਗਾ ਇਹ ਕੰਟਰੋਲ ਕਰਦਾ ਹੈ। ਦੇ ਟੇਕ ਡਿਸੀਜ਼ਨ ਔਨ ਪੋਲਿਸੀ ਮੈਟਰਸ ਐਂਡ ਦਾ ਸੇਮ ਆਰ ਇੰਪਲੀਮੈਂਟਡ ਬਾਈ ਆਫੀਸ਼ੀਅਲਸ ਇਨ ਦਾ ਮਿਨਿਸਟਰੀ, ਜੋ ਵੀ ਪੋਲੀਟੀਕਲ ਮੈਟਰ ਹੁੰਦੇ ਆ ਜਾਂ ਜੋ ਪੋਲਿਸੀ ਮਸਲੇ ਹੁੰਦੇ ਆ ਉਹਨਾਂ ਸਾਰਿਆਂ ਦੇ ਬਾਰੇ ਇੰਪੋਰਟੈਂਟ ਡਿਸੀਜ਼ਨ ਹੈ ਜਿਹੜਾ ਉਹ ਚੀਫ ਮਿਨਿਸਟਰ ਨੇ ਹੀ ਲੈਣੇ ਹੁੰਦੇ ਆ। Every ministry has a secretary who is normally as IAS officer, ਹਰੇਕ ਮਿਨਿਸਟਰੀ ਦਾ ਇੱਕ ਸੈਕਟਰੀ ਵੀ ਹੁੰਦਾ ਹੈ ਜਿਹੜਾ ਕਿ IAS ਆਫਿਸਰ ਹੁੰਦਾ ਹੈ ਆਮ ਤੌਰ 'ਤੇ। ਹੀ ਇਜ਼ ਅਸਿਸਟਡ ਬਾਈ ਦਾ ਜੁਆਇੰਟ ਸੈਕਟਰੀਜ਼, ਡਿਪਟੀ ਸੈਕਟਰੀਜ਼, ਅੰਡਰ ਸੈਕਟਰੀਜ਼ ਐਂਡ ਅਦਰ ਐਡਮਿਨਿਸਟ੍ਰੇਟਿਵ ਆਫਿਸਰਸ ਐਂਡ ਸੈਕਸ਼ਨ ਆਫਿਸਰਸ ਦੇ ਜਿਹੜਾ ਹੈਗਾ ਵਿੱਚੋਂ ਚੁਣਿਆ ਜਾਂਦਾ ਹੈ। ਦਾ ਸੈਕਟਰੀ ਐਕਟਸ ਐਜ਼ ਅ ਲਿੰਕ, ਹੁਣ ਸੈਕਟਰੀ ਇੱਕ ਲਿੰਕ ਦੇ ਤੌਰ 'ਤੇ ਕੰਮ ਕਰਦਾ ਹੈ ਬਿਟਵੀਨ ਦਾ ਮਿਨਿਸਟਰਸ ਐਂਡ ਦਾ ਐਡਮਿਨਿਸਟ੍ਰੇਟਿਵ ਆਫਿਸਰਸ। ਸੈਕਟਰੀ ਇੱਕ ਲਿੰਕ ਦਾ ਕੰਮ ਕਰਦਾ ਹੈ ਮਿਨਿਸਟਰਸ ਤੇ ਐਡਮਿਨਿਸਟ੍ਰੇਟਿਵ ਆਫਿਸਰ ਦੇ ਵਿਚਾਲੇ। ਦਾ ਸਕਸੈਸ ਆਫ ਦਾ ਗਵਰਨਮੈਂਟ ਡਿਪੈਂਡ ਔਨ ਦਾ ਐਫੀਸ਼ੀਐਂਸੀ, ਅਬਿਲਿਟੀ ਐਂਡ ਓਨੈਸਟੀ ਆਫ ਦਾ ਬਿਊਰੋਕਰੇਸੀ, ਹੁਣ ਜੋ ਵੀ
ਸਟੇਟ ਦਾ ਜੋ ਗਵਰਨਮੈਂਟ ਦੀ ਸਕਸੈਸ ਹੁੰਦੀ ਹੈ, ਜੋ ਗਵਰਨਮੈਂਟ ਦੀ ਜਿਹੜੀ ਹੈਗੀ ਸਫਲਤਾ ਹੁੰਦੀ ਉਹ ਕਿਹਦੇ 'ਤੇ ਡਿਪੈਂਡ ਕਰਦੀ ਹੈ? ਬਿਊਰੋਕਰੇਸੀ ਦੀ ਐਫੀਸ਼ੀਐਂਸੀ 'ਤੇ, ਅਬਿਲਿਟੀ 'ਤੇ ਇਹਨਾਂ ਦੀ ਓਨੈਸਟੀ 'ਤੇ।